10ਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਆਪਾਂ ਸਾਇੰਸ ਵਿਸ਼ੇ ਦਾ ਆਪਣਾ ਪਾਠ ਨੰਬਰ 4 ਜਿਸ ਦਾ ਨਾਮ ਹੈ ਕਾਰਬਨ ਅਤੇ ਇਸ ਦੇ ਯੌਗਿਕ, ਉਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ। ਇਹ ਪਾਠ ਆਪਣੇ ਟਰਮ 2 ਦੇ ਸਿਲੇਬਸ ਲਈ ਬਹੁਤ ਜ਼ਰੂਰੀ ਹੈ। ਜਿਹੜੀਆਂ ਆਪਣੀਆਂ ਹੁਣ ਟਰਮ 2 ਦੀਆਂ ਪ੍ਰੀਖਿਆਵਾਂ ਹੋਣਗੀਆਂ ਉਸ ਵਿੱਚ ਇਸ ਪਾਠ 'ਚੋਂ ਬਹੁਤ ਸਾਰੇ ਪ੍ਰਸ਼ਨ ਆਉਣਗੇ। ਤਾਂ ਸਭ ਤੋਂ ਪਹਿਲਾਂ ਕਾਰਬਨ ਦੀ ਮੌਜੂਦਗੀ ਬਾਰੇ ਆਪਾਂ ਗੱਲ ਕਰਾਂਗੇ। ਜਿਵੇਂ ਕਿ ਤੁਸੀਂ ਇਸ ਸਲਾਈਡ 'ਤੇ ਵੀ ਪੜ੍ਹ ਰਹੇ ਹੋ, ਦੇਖ ਰਹੇ ਹੋ, ਤਾਂ ਕਾਰਬਨ ਆਪਣੇ ਆਸ-ਪਾਸ ਵਾਯੂਮੰਡਲ ਵਿੱਚ ਹੈ। ਜੇ ਆਪਾਂ ਦੇਖੀਏ ਵਾਯੂਮੰਡਲ 'ਚ ਕਾਰਬਨ ਡਾਈਆਕਸਾਈਡ ਦੀ ਪ੍ਰਤੀਸ਼ਤ ਮਾਤਰਾ 0.003% ਹੈ। ਤਾਂ ਉਹ ਕਾਰਬਨ ਡਾਈਆਕਸਾਈਡ ਜਿਹੜੀ ਆ ਕਾਰਬਨ ਅਤੇ ਆਕਸੀਜਨ ਦੇ ਸੁਮੇਲ ਨਾਲ ਬਣੀ ਹੈ। ਇਸੇ ਤਰ੍ਹਾਂ ਧਰਤੀ ਦੀ ਪੇਪੜੀ ਵਿੱਚ ਬਹੁਤ ਸਾਰੇ ਅਜਿਹੇ ਪਦਾਰਥ ਪਏ ਆ ਜਿਨ੍ਹਾਂ ਵਿੱਚ ਕਾਰਬਨ ਦੀ ਹੋਂਦ ਹੈਗੀ ਆ। ਸਾਰੇ ਜੀਵ ਜਿਵੇਂ ਕਿ ਆਪਾਂ ਜਾਂ ਪੌਦੇ ਹੋਣ, ਉਹਨਾਂ ਸਾਰਿਆਂ ਦੇ ਵਿੱਚ ਕਾਰਬਨ ਹੈਗੀ ਆ। ਇੱਕ ਸਿੰਪਲ ਜਿਹੀ ਉਦਾਹਰਣ ਹੈ ਕਿ ਆਪਾਂ ਜਦੋਂ ਸਾਹ ਲੈਂਦੇ ਹਾਂ, ਅੰਦਰ ਆਕਸੀਜਨ ਗੈਸ ਲੈ ਕੇ ਜਾਂਦੇ ਹਾਂ, ਜਦੋਂ ਆਪਾਂ ਸਾਹ ਕਿਰਿਆ ਦੇ ਦੌਰਾਨ ਜਿਹੜੀ ਗੈਸ ਬਾਹਰ ਛੱਡਦੇ ਹਾਂ ਉਹ ਕਾਰਬਨ ਡਾਈਆਕਸਾਈਡ ਹੁੰਦੀ ਆ। ਹੁਣ ਤੁਹਾਨੂੰ ਇੱਥੋਂ ਇੱਕ ਸਿੰਪਲ ਜਿਹੀ ਉਦਾਹਰਣ ਮਿਲ ਰਹੀ ਹੈ ਕਿ ਆਪਾਂ ਆਕਸੀਜਨ ਲੈ ਕੇ ਗਏ ਪਰ ਕਾਰਬਨ ਡਾਈਆਕਸਾਈਡ ਸਰੀਰ 'ਚੋਂ ਬਾਹਰ ਕੱਢੀ, ਜਿਸ ਤੋਂ ਪਤਾ ਲੱਗ ਗਿਆ ਕਿ ਕਾਰਬਨ ਉਸ ਆਕਸੀਜਨ ਨੇ ਆਪਣੇ ਸਰੀਰ ਦੇ ਅੰਦਰੋਂ ਗ੍ਰਹਿਣ ਕੀਤੀ ਹੈ। ਇਸ ਤੋਂ ਸਿੱਧਾ ਹੀ ਸਾਫ਼ ਹੈ ਕਿ ਸਾਰੇ ਜੀਵਾਂ ਦੇ ਵਿੱਚ ਉਹਨਾਂ ਦੇ ਸਰੀਰ 'ਚ ਵੀ ਕਾਰਬਨ ਹੁੰਦੀ ਹੈ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਆਪਣੇ ਈਂਧਨ ਹੈਗੇ ਆ ਜਿਹੜੇ ਜਿੰਨੇ ਵੀ ਆਪਣੇ ਬਾਲਣ ਹੈ। ਉਦਾਹਰਨ ਦੇ ਤੌਰ 'ਤੇ ਜਿਵੇਂ ਇੱਥੇ ਬਹੁਤ ਸਾਰੇ ਦਿਖਾਈ ਹੋਏ ਲੱਕੜ ਹੈ, ਕੋਲਾ ਹੈ, ਚਾਰਕੋਲ ਹੈ, ਕੋਕ ਹੈ, ਪੈਟਰੋਲੀਅਮ ਹੈ, ਕੁਦਰਤੀ ਗੈਸ ਹੈ, ਬਾਇਓਗੈਸ ਹੈ, ਮਾਰਸ਼ੀ ਗੈਸ ਹੈ। ਇਹਨਾਂ ਸਾਰਿਆਂ ਦੇ ਵਿੱਚ ਕਾਰਬਨ ਮੌਜੂਦ ਹੁੰਦੀ ਹੈ। ਤਾਂ ਇਸੇ ਤਰ੍ਹਾਂ ਬਹੁਤ ਸਾਰੇ ਮਿਸ਼ਰਣ ਹੈ ਜਿਵੇਂ ਕਾਰਬੋਨੇਟਸ ਹੈ ਜਾਂ ਹਾਈਡਰੋਜਨ ਕਾਰਬੋਨੇਟ ਹੈ, ਜਿਹੜੇ ਕਾਰਬਨ ਦੇ ਹੁੰਦੇ ਆ। ਇਹਨਾਂ ਸਾਰਿਆਂ ਵਿੱਚ ਵੀ ਕਾਰਬਨ ਮੌਜੂਦ ਹੈ। ਇਸੇ ਤਰ੍ਹਾਂ ਕਾਰਬਨ ਦੇ ਜਿਹੜੇ ਸਮਸਥਾਨਕ ਹੈ, ਹੀਰਾ ਹੋ ਗਿਆ, ਗ੍ਰੇਫਾਈਟ ਹੋ ਗਿਆ, ਫੁਲਰੀਨ ਹੋ ਗਿਆ, ਇਹਨਾਂ ਵਿੱਚ ਵੀ ਕਾਰਬਨ ਮੌਜੂਦ ਹੁੰਦੀ ਹੈ। ਹੁਣ ਹੀਰਾ ਹੋ ਗਿਆ ਚਾਹੇ ਕੋਲਾ ਹੋ ਗਿਆ, ਇਹਨਾਂ ਵਿੱਚ ਕਾਰਬਨ ਭਰਪੂਰ ਹੁੰਦੀ ਆ। ਚਾਹੇ ਉਹਨਾਂ 'ਚ ਕਾਰਬਨ ਹੈ ਪਰ ਫਿਰ ਵੀ ਉਹਨਾਂ ਦਾ ਜਿਹੜੀ ਉਹਨਾਂ ਦੀ ਦਿੱਖ ਹੈ ਉਹਦੇ ਵਿੱਚ ਪਰਿਵਰਤਨ ਆ ਜਾਂਦਾ ਹੈਗਾ। ਅਤੇ ਇਹ ਹੈਗੀ ਆਪਣੀ ਕਾਰਬਨ ਦੀ ਮੌਜੂਦਗੀ ਦੀ ਗੱਲ। ਤਾਂ ਤੁਹਾਨੂੰ ਪ੍ਰਸ਼ਨ 'ਚ ਪੁੱਛਿਆ ਜਾ ਸਕਦਾ ਹੈਗਾ ਕਿ ਕਾਰਬਨ ਦੀ ਮੌਜੂਦਗੀ ਦੇ ਸਬੂਤ ਦਿਓ, ਤਾਂ ਉਹਦੇ ਵਿੱਚ ਆਪਾਂ ਇਹ ਉੱਤਰ ਲਿਖ ਸਕਦੇ ਹਾਂ। ਇਸੇ ਤਰ੍ਹਾਂ ਅਗਲਾ ਪ੍ਰਸ਼ਨ ਜਿਹੜਾ ਹੈਗਾ, ਕਾਰਬਨ ਵਿੱਚ ਸਹਿਜ ਸੰਯੋਗੀ ਬੰਧਨ। ਹੁਣ ਜੇ ਆਪਾਂ ਆਵਰਤੀ ਸਾਰਣੀ ਬਾਰੇ ਆਪਾਂ ਪਹਿਲਾਂ ਪਿਛਲੀ ਟਰਮ ਵਿੱਚ ਪੜ੍ਹਿਆ ਸੀ, ਤਾਂ ਉਸ ਦੇ ਵਿੱਚ ਤੁਸੀਂ ਕਾਰਬਨ ਦੇ ਪਰਮਾਣੂ ਅੰਕ ਬਾਰੇ ਜਾਣਿਆ। ਕਾਰਬਨ ਦਾ ਜਿਹੜਾ ਪਰਮਾਣੂ ਅੰਕ 6 ਹੈਗਾ, ਜਿਸ ਦਾ ਮਤਲਬ ਹੈ ਕਿ ਇਸ ਦੀ ਜਿਹੜੀ ਇਲੈਕਟ੍ਰੋਨੀ ਤਰਤੀਬ ਹੈ, ਇਸ ਦੇ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਹੁੰਦੇ ਆ ਅਤੇ ਦੂਸਰੇ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਹੁੰਦੇ ਹਨ। ਤਾਂ ਦੂਸਰੇ ਸ਼ੈੱਲ ਦੇ ਵਿੱਚ 8 ਇਲੈਕਟ੍ਰੋਨਾਂ ਦੇ ਪੈਣ ਦੀ ਜਗ੍ਹਾ ਹੈਗੀ ਆ। ਇਹਦਾ ਮਤਲਬ ਦੂਸਰੇ ਇਲੈਕਟ੍ਰੋਨ 'ਚ ਨਹੀਂ, ਦੂਸਰੇ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨਾਂ ਦੀ ਖਾਲੀ ਥਾਂ ਹੈਗੀ ਹੈ। ਇਸ ਤੋਂ ਭਾਵ ਹੈ ਵੀ ਉਸ ਕਾਰਬਨ ਦੀ, ਉਸ ਪਰਮਾਣੂ ਦੀ ਜਿਹੜੀ ਵੈਲੈਂਸੀ ਹੈ, ਭਾਵ ਜਿਹਨੂੰ ਆਪਾਂ ਸੰਯੋਜਕਤਾ ਵੀ ਕਹਿ ਦਿੰਦੇ ਹਾਂ, ਉਹ 4 ਹੈ। ਤਾਂ ਮਤਲਬ ਇਹ ਚਾਹੇ ਤਾਂ 4 ਇਲੈਕਟ੍ਰੋਨ ਪ੍ਰਾਪਤ ਕਰ ਲਏ ਅਤੇ ਚਾਹੇ 4 ਇਲੈਕਟ੍ਰੋਨ ਗਵਾ ਲਏ, ਪਰ ਇਹੋ ਜਿਹਾ ਕਰਨ ਦੇ ਨਾਲ ਇਸ ਦੇ ਵਿੱਚ ਸਥਿਰਤਾ ਨਹੀਂ ਰਹਿੰਦੀ। ਤੋ ਸਥਿਰਤਾ ਹਾਸਲ ਨਹੀਂ ਕਰ ਪਾਉਂਦਾ, ਕਿਉਂਕਿ ਜੇ ਤਾਂ ਇਸ ਦੇ ਕੋਲ 6 ਪ੍ਰੋਟਾਨ ਹੈ ਤਾਂ ਇਸ ਨੂੰ 4 ਜਿਹੜੇ ਹੈਗੇ ਪ੍ਰਾਪਤ ਕਰਨ ਦੇ ਲਈ, ਜੇ ਇਸ ਕੋਲ 4 ਇਲੈਕਟ੍ਰੋਨ ਇਹ ਹਾਸਲ ਨਹੀਂ ਕਰਦਾ, ਇਸ ਨੂੰ ਉਹਨਾਂ 4 ਇਲੈਕਟ੍ਰੋਨਾਂ ਨੂੰ ਪ੍ਰਾਪਤ ਕਰਨ ਦੇ ਲਈ ਵੀ ਬਹੁਤ ਜ਼ਿਆਦਾ ਊਰਜਾ ਦੀ ਲੋੜ ਪੈਂਦੀ ਹੈ। ਅਤੇ ਜੇ ਇਹਨੇ ਆਪਣੇ 4 ਇਲੈਕਟ੍ਰੋਨ ਗਵਾਉਣੇ ਆ ਤਾਂ ਉਸ ਲਈ ਵੀ ਇਹਨੂੰ ਊਰਜਾ ਦੀ ਲੋੜ ਹੁੰਦੀ ਹੈ। ਤਾਂ ਨਤੀਜੇ ਵਜੋਂ ਇਹ ਕੀ ਕਰਦਾ ਹੈਗਾ, ਇਹ ਇੱਕ ਉਹੋ ਜਿਹਾ ਰਸਤਾ ਅਖਤਿਆਰ ਕਰ ਲੈਂਦਾ ਹੈ ਕਿ ਇਹ ਕੰਪਰੋਮਾਈਜ਼ ਕਰ ਲੈਂਦਾ ਹੈ, ਇਹ ਸਮਝੌਤਾ ਕਰ ਲੈਂਦਾ ਹੈ ਹੋਰ ਪਰਮਾਣੂਆਂ ਦੇ ਇਲੈਕਟ੍ਰੋਨਾਂ ਦੇ ਨਾਲ। ਤਾਂ ਅਜਿਹਾ ਕਰਨ ਦੇ ਨਾਲ ਇਹ ਕੀ ਕਰਦਾ, ਇਹ 4 ਇਲੈਕਟ੍ਰੋਨਾਂ ਦੀ ਸਾਂਝ ਪਾ ਲੈਂਦਾ। 4 ਇਲੈਕਟ੍ਰੋਨ ਇਹਦੇ ਕੋਲ ਹੁੰਦੇ ਆ ਤਾਂ 4 ਇਲੈਕਟ੍ਰੋਨ ਨੇ ਹੋਰ ਪਰਮਾਣੂਆਂ ਦੇ ਲੈ ਕੇ ਉਹਨਾਂ ਨਾਲ ਸਾਂਝ ਪਾ ਕੇ ਇੱਕ ਤਰੀਕੇ ਨਾਲ
8 ਇਲੈਕਟ੍ਰੋਨਾਂ ਦੀ ਪੂਰਤੀ ਕਰ ਲੈਂਦਾ, ਭਾਵ ਆਪਣਾ ਆਕਟੈਟ ਜਿਹੜਾ ਹੈਗਾ ਉਹ ਪੂਰਾ ਕਰ ਲੈਂਦਾ। ਤਾਂ ਇਸ ਤਰ੍ਹਾਂ ਕਰਨ ਨਾਲ ਨਾ ਤਾਂ ਕਾਰਬਨ ਦੀ ਕੋਈ ਊਰਜਾ ਗਵਾਚਦੀ ਹੈ, ਉਸ ਦਾ ਕੋਈ ਲਾਸ ਨਹੀਂ ਹੁੰਦਾ ਗਾ। ਤਾਂ ਇਸ ਤਰ੍ਹਾਂ ਜਿਹੜੇ ਬੰਧਨ ਬਣਦੇ ਹਨ ਉਹਨਾਂ ਨੂੰ ਆਪਾਂ ਸਹਿ ਸੰਯੋਜੀ ਬੰਧਨ ਕਹਿੰਦੇ ਹਾਂ। ਤਾਂ ਕਿਉਂਕਿ ਇਸ ਦੀ ਵੈਲੈਂਸੀ 4 ਹੈ, ਇਸ ਦੀ ਸੰਯੋਜਕਤਾ 4 ਹੈ, ਇਸ ਕਰਕੇ ਕਾਰਬਨ ਨੂੰ ਟੈਟਰਾਵੈਲੈਂਟ ਕਹਿੰਦੇ ਆ। ਤਾਂ ਇਹ ਉਸ ਦੇ ਕਾਰਬਨ ਦੇ ਸਹਿ ਸੰਯੋਜੀ ਬੰਧਨ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਸੀਗੀ। ਤਾਂ ਇਸ ਤੋਂ ਅੱਗੇ ਆਪਾਂ ਜਿਹੜਾ ਇਸ ਦਾ ਚਿੱਤਰ ਬਣਿਆ ਹੋਇਆ, ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਲੀਅਰ ਹੀ ਕਿ ਕਾਰਬਨ ਦੇ ਦੁਆਲੇ 4 ਇਲੈਕਟ੍ਰੋਨ ਹੈਗੇ ਆ, ਅਤੇ 4 ਇਲੈਕਟ੍ਰੋਨ ਕਿਸੇ ਹੋਰ ਤੋਂ ਲੈ ਕੇ ਆਪਣੇ ਬਾਹਰ ਇੱਕ ਇਸ ਤਰ੍ਹਾਂ ਦਾ ਬੰਧਨ ਬਣਾ ਲੈਂਦਾ। ਜਿਸ ਤਰ੍ਹਾਂ ਤੁਸੀਂ ਸੱਜੇ ਪਾਸੇ ਦੇਖ ਰਹੇ ਆ, ਇਹ ਗਹਿਰਾ ਬੰਧਨ ਇਹਦੇ ਚਾਰੇ ਪਾਸੇ ਬਣ ਜਾਂਦਾ ਜਦੋਂ ਇਹ ਇੱਕ ਇਲੈਕਟ੍ਰੋਨ ਕਿਸੇ ਤੋਂ ਲੈਂਦਾ ਹੈ। ਤਾਂ ਹੁਣ ਸਹਿ ਸੰਯੋਗੀ ਬੰਧਨ ਦੇ ਗਠਨ ਬਾਰੇ ਆਪਾਂ ਥੋੜ੍ਹਾ ਜਿਹਾ ਪੜ੍ਹਾਂਗੇ ਕਾਰਬਨ ਤੋਂ ਹਟ ਕੇ। ਤਾਂ ਸਭ ਤੋਂ ਪਹਿਲਾਂ ਤਾਂ ਸਹਿ ਸੰਯੋਜੀ ਬੰਧਨ ਦੇ ਵਿੱਚ ਹੁੰਦਾ ਕੀ ਹੈ? ਦੇਖੋ, ਇਲੈਕਟ੍ਰੋਨ ਜਿਹੜੇ ਆ ਉਹ ਆਪਣੇ ਸਥਾਨ 'ਤੇ ਉਵੇਂ ਪਏ ਰਹਿੰਦੇ ਆ, ਚਾਹੇ ਤਾਂ ਉਹ ਕਾਰਬਨ ਦੇ 4 ਇਲੈਕਟ੍ਰੋਨ ਹੈ ਬਾਹਰ, ਅਤੇ ਚਾਹੇ ਉਹਨਾਂ ਇਲੈਕਟ੍ਰੋਨਾਂ ਦੇ ਨਾਲ ਇੱਕ ਇੱਕ ਕਰਕੇ ਹਾਈਡਰੋਜਨ ਦਾ ਇੱਕ ਇਲੈਕਟ੍ਰੋਨ ਜਿਹੜਾ ਹੈਗਾ ਉਹ ਉਹਨਾਂ ਦੇ ਨੇੜੇ ਜਾ ਕੇ ਖੜ੍ਹ ਗਿਆ, ਉਹਨਾਂ ਨੇ ਸਾਂਝ ਪਾ ਲਈ। ਜਦੋਂ 2 ਇਲੈਕਟ੍ਰੋਨਾਂ ਦੀ ਸਾਂਝ ਪੈ ਜਾਂਦੀ ਹੈ ਤਾਂ ਉੱਥੇ ਇੱਕ ਬੰਧਨ ਬਣ ਜਾਂਦਾ ਹੈ। ਤਾਂ ਅਜਿਹੇ ਬੰਧਨ ਨੂੰ ਆਪਾਂ ਇਕਹਿਰਾ ਸਹਿ ਸੰਯੋਜੀ ਬੰਧਨ ਕਹਿੰਦੇ ਹਾਂ। ਤਾਂ ਜੇ 2 ਜੋੜੀ ਇਲੈਕਟ੍ਰੋਨਾਂ ਦੀ ਸਾਂਝ ਪੈਂਦੀ ਹੈ ਤਾਂ ਦੂਰਾ ਸਹਿ ਸੰਯੋਜੀ ਬੰਧਨ ਬਣਦਾ ਹੈ। ਜਦੋਂ 3 ਜੋੜੀ ਇਲੈਕਟ੍ਰੋਨਾਂ ਦੀ ਸਾਂਝ ਪੈਂਦੀ ਹੈ ਤਾਂ ਤੀਰਾ ਸਹਿ ਸੰਯੋਜੀ ਬੰਧਨ ਬਣਦਾ ਹੈਗਾ। ਤਾਂ ਇਕਹਿਰਾ, ਦੂਰਾ ਅਤੇ ਤੀਰਾ ਸਹਿ ਸੰਯੋਜੀ ਬੰਧਨ, ਉਹਨਾਂ ਨੂੰ ਜਾਣਨ ਦੇ ਲਈ ਆਪਾਂ ਉਦਾਹਰਨਾਂ ਦੇਖਾਂਗੇ, ਜਿਸ ਵਿੱਚੋਂ ਸਭ ਤੋਂ ਪਹਿਲੀ ਉਦਾਹਰਣ ਹੈ ਹਾਈਡਰੋਜਨ ਦੇ ਵਿੱਚ ਇਕਹਿਰਾ ਸਹਿ ਸੰਯੋਜੀ ਬੰਧਨ। ਦੇਖੋ, ਤੁਸੀਂ ਥੱਲੇ ਚਿੱਤਰ ਵੀ ਦੇਖ ਰਹੇ ਹੋ ਇਸ ਦਾ। ਹੁਣ ਜਿਹੜਾ ਹਾਈਡਰੋਜਨ ਹੁੰਦਾ ਹੈ, ਜੇ ਹਾਈਡਰੋਜਨ ਦੇ ਆਪਾਂ ਇੱਕ ਉਸ ਦਾ ਪਰਮਾਣੂ ਅੰਕ ਜਿਹੜਾ ਹੈਗਾ 1 ਹੁੰਦਾ ਹੈ। ਜੇ ਉਸ ਦਾ ਪਰਮਾਣੂ ਦੇਖੀਏ ਤਾਂ ਇੱਕ ਗੋਲੇ ਦੇ ਵਿੱਚ ਜਿਵੇਂ ਤੁਹਾਨੂੰ ਹਾਈਡਰੋਜਨ ਦਿਖ ਰਿਹਾ, ਉਹਦੇ ਨਾਲ ਇੱਕ ਕ੍ਰਾਸ ਮਾਰਕ ਦਿਖ ਰਿਹਾ, ਉਹ ਕ੍ਰਾਸ ਮਾਰਕ ਦਾ ਭਾਵ ਹੈ ਉਹਦਾ 1 ਇਲੈਕਟ੍ਰੋਨ। ਇਹਦਾ ਭਾਵ ਹੈ ਵੀ ਹਾਈਡਰੋਜਨ ਕੋਲੇ ਆਪਣਾ 1 ਇਲੈਕਟ੍ਰੋਨ ਹੈਗਾ, ਉਹਦਾ ਇੱਕ ਹੀ ਸ਼ੈੱਲ ਹੁੰਦਾ ਪਹਿਲਾ। 9ਵੀਂ 'ਚ ਆਪਾਂ ਪੜ੍ਹਿਆ ਸੀਗਾ ਕਿ KLMN ਇਹ ਪਰਮਾਣੂ ਦੇ 4 ਸ਼ੈੱਲ ਹੁੰਦੇ ਆ, ਜਿਹਦੇ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਹੁੰਦੇ ਆ, ਦੂਸਰੇ ਸ਼ੈੱਲ 'ਚ 8 ਇਲੈਕਟ੍ਰੋਨ ਹੁੰਦੇ ਆ, ਤੀਸਰੇ ਵਿੱਚ ਮੈਕਸੀਮਮ 18 ਹੋ ਸਕਦੇ ਆ, ਚੌਥੇ ਵਿੱਚ ਮੈਕਸੀਮਮ 32 ਹੋ ਸਕਦੇ ਆ। ਤਾਂ ਪਰ ਜੇ ਉਸ ਪਰਮਾਣੂ ਨੇ ਸਥਿਰਤਾ ਹਾਸਲ ਕਰਨੀ ਹੈ, ਜਾਂ ਤਾਂ ਉਹ ਆਪਣੇ ਪਹਿਲੇ ਸ਼ੈੱਲ 'ਚ 2 ਪੂਰੇ ਕਰ ਲੇ ਜਾਂ ਦੂਜੇ ਤੀਜੇ ਵਿੱਚ 8 ਪੂਰੇ ਕਰ ਲੇ। ਤਾਂ ਇਸ ਤਰ੍ਹਾਂ ਕਰਕੇ ਉਸ ਦੀ ਸਥਿਰਤਾ ਹਾਸਲ ਹੋ ਜਾਂਦੀ ਹੈ, ਇੱਕ ਉਹਦੀ ਨੋਬਲ ਗੈਸ ਵਾਲੀ ਤਰਤੀਬ ਬਣ ਜਾਂਦੀ ਹੈ, ਜਿਹੜਾ ਕਿ ਕਿਰਿਆਸ਼ੀਲ ਨਹੀਂ ਹੁੰਦਾ ਗਾ, ਅਕਿਰਿਆਸ਼ੀਲ ਬਣ ਜਾਂਦਾ, ਫਿਰ ਉਹ ਕਿਸੇ ਨਾਲ ਸੰਘਰਸ਼ ਨਹੀਂ ਕਰਦਾ ਗਾ। ਤਾਂ ਇੱਥੇ ਹੁਣ ਜੇ ਆਪਾਂ ਹਾਈਡਰੋਜਨ ਦੀ ਗੱਲ ਕਰੀਏ ਤਾਂ ਹਾਈਡਰੋਜਨ ਦੇ ਪਹਿਲੇ ਸ਼ੈੱਲ ਦੇ ਵਿੱਚ 1 ਇਲੈਕਟ੍ਰੋਨ ਹੈ। ਇਸ ਨੂੰ ਸਥਿਰਤਾ ਪ੍ਰਾਪਤ ਕਰਨ ਦੇ ਲਈ 1 ਇਲੈਕਟ੍ਰੋਨ ਦੀ ਲੋੜ ਹੈ। ਤਾਂ ਹਾਈਡਰੋਜਨ ਕੀ ਕਰਦਾ ਹੈ? ਹਾਈਡਰੋਜਨ ਆਪਣੇ ਆਪ ਦੇ ਨਾਲ ਹੀ ਇੱਕ ਬੰਧਨ ਬਣਾ ਲੈਂਦਾ ਹੈ। ਮਤਲਬ 2 ਹਾਈਡਰੋਜਨ ਜਿਹੜੇ ਆ ਆਪਸ ਵਿੱਚ ਸਮਝੌਤਾ ਕਰਦੇ ਆ। ਸਮਝੌਤਾ ਕਰਨ ਦੇ ਦੌਰਾਨ ਕੀ ਹੈ ਕਿ ਦੋਨਾਂ ਦੇ ਇਲੈਕਟ੍ਰੋਨਾਂ ਦੀ ਸਾਂਝ ਬਣ ਜਾਂਦੀ ਹੈ। ਮਤਲਬ ਇੱਕ ਦੂਜੇ ਨਾਲ ਦੋਸਤੀ ਕਰ ਲੈਂਦੇ ਆ, ਜਿਸ ਦੇ ਨਤੀਜੇ ਵਜੋਂ ਉਹਨਾਂ ਦਾ ਬੰਧਨ ਜਿਹੜਾ ਹੈਗਾ ਸਟਰੋਂਗ ਬਣ ਜਾਂਦਾ ਹੈ। ਜਿਵੇਂ ਤੁਸੀਂ ਦੇਖ ਸਕਦੇ ਆ ਕਿ ਚਿੱਤਰ ਦੇ ਵਿਚਾਲੜੇ ਹਿੱਸੇ ਦੇ ਵਿੱਚ ਕੀ ਦਿਖਾਇਆ ਹੋਇਆ, ਹਾਈਡਰੋਜਨ ਦੇ 2 ਇਲੈਕਟ੍ਰੋਨਾਂ ਦੀ ਜਿਹੜੀ ਸਾਂਝ ਬਣੀ ਹੋਈ ਹੈ, ਅਤੇ ਖੱਬੇ ਪਾਸੇ ਵਾਲਾ ਹਾਈਡਰੋਜਨ ਵੀ ਉਹ 2 ਇਲੈਕਟ੍ਰੋਨਾਂ ਨਾਲ ਸਾਂਝ ਪਾ ਰਿਹਾ, ਅਤੇ ਸੱਜੇ ਪਾਸੇ ਵਾਲਾ ਹਾਈਡਰੋਜਨ ਵੀ ਉਹਨਾਂ 2 ਇਲੈਕਟ੍ਰੋਨਾਂ ਨਾਲ ਸਾਂਝ ਪਾ ਰਿਹਾ। ਤਾਂ 2 ਇਲੈਕਟ੍ਰੋਨਾਂ ਦੀ ਇੱਕ ਸਾਂਝ ਦੇ ਨਾਲ ਇਕਹਿਰਾ ਬੰਧਨ ਬਣ ਗਿਆ, ਜਿਹੜਾ ਤੁਸੀਂ ਹਾਈਡਰੋਜਨ ਦੇ ਵਿੱਚ ਦੇਖ ਰਹੇ ਹੋ। ਤੀਸਰੀ ਜਿਹੜੀ ਚਿੱਤਰ ਹੈਗਾ ਇਸ ਦਾ, ਸੱਜੇ ਪਾਸੇ ਨੂੰ ਦੇਖਦੇ ਜਾਓ। ਤਾਂ ਇਸੇ ਨੂੰ ਆਪਾਂ ਚੌਥੇ ਚਿੱਤਰ ਅਨੁਸਾਰ H2 ਦੀ ਫਾਰਮ ਵਿੱਚ ਆਪਾਂ ਦਰਸਾ ਸਕਦੇ ਹਾਂ। ਤਾਂ ਇਹ H2 ਕੁਦਰਤੀ ਰੂਪ ਵਿੱਚ ਜਿਹੜੀ ਹਾਈਡਰੋਜਨ ਵਿਚਰਦੀ ਹੈ, ਬਿਲਕੁਲ ਇਸੇ ਰੂਪ ਵਿੱਚ ਵਿਚਰਦੀ ਹੈ H2 ਦੀ ਫਾਰਮ ਦੇ ਵਿੱਚ। ਜਿੱਥੇ ਹਾਈਡਰੋਜਨ ਦੇ ਅਣੂ ਪਏ ਹੋਏ ਹੈ, ਉਹਨਾਂ ਨੇ ਆਪਣੇ ਆਪ ਨਾਲ ਮਤਲਬ ਹਾਈਡਰੋਜਨ ਦੇ ਪਰਮਾਣੂਆਂ ਨੇ ਆਪਣੇ ਆਪ ਨਾਲ ਸਮਝੌਤਾ ਕੀਤਾ ਹੋਇਆ। ਤਾਂ ਇਸ ਤਰ੍ਹਾਂ ਕਰਕੇ ਇੱਕ ਜੋੜੀ ਇਲੈਕਟ੍ਰੋਨਾਂ ਦੀ ਸਾਂਝ ਦੇ ਨਾਲ ਇੱਥੇ ਇਕਹਿਰਾ ਸਹਿ ਸੰਯੋਜੀ ਬੰਧਨ ਬਣਿਆ, ਜਾਂ ਜਿਹਨੂੰ ਆਪਾਂ ਸਿੰਗਲ ਕੋਵੈਲੈਂਟ ਬੌਂਡ ਕਹਿ ਦਿੰਦੇ ਹਾਂ। ਤਾਂ ਇਹ ਆਪਾਂ ਉਦਾਹਰਨ ਦੇਖੀ ਹਾਈਡਰੋਜਨ ਦੀ। ਹੁਣ ਇਹ ਸੀ ਉਦਾਹਰਨ ਆਪਣੀ ਇਕਹਿਰੇ ਸਹਿ ਸੰਯੋਜੀ ਬੰਧਨ ਦੀ। ਇਸ ਤੋਂ ਬਾਅਦ ਆਪਾਂ
ਉਦਾਹਰਨ ਦੇਖਾਂਗੇ ਦੂਹਰੇ ਸਹਿ ਸੰਯੋਜੀ ਬੰਧਨ ਦੀ। ਦੂਹਰੇ ਸਹਿ ਸੰਯੋਜੀ ਬੰਧਨ ਦੇ ਲਈ ਆਪਾਂ ਨੂੰ ਆਕਸੀਜਨ ਦੇ ਅਣੂ ਦੀ ਗੱਲ ਦੇਖਣੀ ਪਵੇਗੀ। ਹੁਣ ਆਕਸੀਜਨ ਦਾ ਜਿਹੜਾ ਪਰਮਾਣੂ ਅੰਕ ਹੈ, ਜੇ ਤੁਸੀਂ ਆਵਰਤੀ ਸਾਰਣੀ ਤੇ ਦੇਖਿਆ ਹੋਵੇ ਤਾਂ ਆਕਸੀਜਨ 8ਵੇਂ ਨੰਬਰ ਤੇ ਪਿਆ ਹੁੰਦਾ, ਉਸ ਦਾ ਪਰਮਾਣੂ ਅੰਕ 8 ਹੈ। ਤਾਂ 8 ਪਰਮਾਣੂ ਅੰਕ ਹੋਣ ਕਰਕੇ ਉਸ ਦੀ ਜਿਹੜੀ ਇਲੈਕਟ੍ਰੋਨੀ ਤਰਤੀਬ ਹੈ, ਉਹਦੇ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ ਹੋਣਗੇ ਤੇ ਦੂਸਰੇ ਸ਼ੈਲ ਦੇ ਵਿੱਚ 6 ਇਲੈਕਟ੍ਰੋਨ ਹੋਣਗੇ, ਜਦਕਿ ਦੂਸਰੇ ਸ਼ੈਲ ਦੇ ਵਿੱਚ 8 ਇਲੈਕਟ੍ਰੋਨਾਂ ਦੀ ਥਾਂ ਹੁੰਦੀ ਹੈ। ਇਹਦਾ ਮਤਲਬ 2 ਇਲੈਕਟ੍ਰੋਨਾਂ ਦੀ ਥਾਂ ਖਾਲੀ ਹੈ, ਉਹਦੇ ਵਿੱਚ ਉਹ ਸਪੇਸ ਖਾਲੀ ਹੈ ਜਿੱਥੇ ਕਿ 2 ਇਲੈਕਟ੍ਰੋਨ ਪ੍ਰਾਪਤ ਕੀਤੇ ਜਾ ਸਕਦੇ ਆ। ਇਹਦਾ ਮਤਲਬ ਆਕਸੀਜਨ ਨੂੰ ਆਪਣਾ ਦੂਸਰਾ ਸ਼ੈਲ ਜਿਹੜਾ ਹੈਗਾ ਪੂਰਾ ਕਰਨ ਦੇ ਲਈ 2 ਇਲੈਕਟ੍ਰੋਨਾਂ ਦੀ ਲੋੜ ਹੈ। ਤਾਂ ਇਹ 2 ਇਲੈਕਟ੍ਰੋਨਾਂ ਦੀ ਲੋੜ ਲਈ ਇਹ ਕੀ ਕਰੇਗਾ, ਇਹ ਕਿਸੇ ਇਹੋ ਜਿਹੇ ਪਰਮਾਣੂ ਨੂੰ ਲੱਭੇਗਾ ਜਿਹੜਾ ਇਹਨੂੰ 2 ਇਲੈਕਟ੍ਰੋਨਾਂ ਦੀ ਇਹਦੇ ਨਾਲ ਸਾਂਝ ਪਾ ਸਕਦਾ ਹੈ। ਇਹਦੇ 2 ਇਲੈਕਟ੍ਰੋਨਾਂ ਨਾਲ ਸਾਂਝ ਪਾ ਲੇ ਜਾਂ ਉਹ ਉਹਦੇ 2 ਇਲੈਕਟ੍ਰੋਨਾਂ ਨਾਲ ਸਾਂਝ ਪਾ ਲੇ। ਤਾਂ ਇਹੋ ਜਿਹਾ ਅਣੂ ਇਹਨੂੰ ਹੋਰ ਕੋਈ ਨਹੀਂ ਲੱਭਣਾਗਾ, ਇਹਨੂੰ ਇਹੋ ਜਿਹਾ ਪਰਮਾਣੂ ਆਕਸੀਜਨ ਹੀ ਲੱਭਿਆ। ਤਾਂ ਆਕਸੀਜਨ ਕੀ ਕਰਦਾ ਹੈ, ਜਿਵੇਂ ਤੁਸੀਂ ਚਿੱਤਰ ਵਿੱਚ ਦੇਖ ਰਹੇ ਹੋ, ਇੱਕ ਆਕਸੀਜਨ ਦੇ ਦੁਆਲੇ 6 ਇਲੈਕਟ੍ਰੋਨ ਹੈ, 2 ਉੱਪਰ 2 ਥੱਲੇ 2 ਸੱਜੇ ਪਾਸੇ। ਇਸੇ ਤਰ੍ਹਾਂ ਦੂਸਰੇ ਆਕਸੀਜਨ ਵਿੱਚ 2 ਉੱਪਰ 2 ਥੱਲੇ 2 ਖੱਬੇ ਪਾਸੇ ਦਿਖਾਏ ਹੋਏ ਹਨ। ਪਰ ਜਦੋਂ ਇਹ ਆਪਸ ਵਿੱਚ ਸਾਂਝ ਪਾਉਣਗੇ ਤਾਂ ਜਿਹੜੇ ਵਿਚਾਲੜੇ 2-2 ਇਲੈਕਟ੍ਰੋਨ ਹੈ, ਇਹਨਾਂ ਦਾ ਬਹੁਤ ਵੱਡਾ ਰੋਲ ਹੋਵੇਗਾ। ਤਾਂ ਦੇਖੋ, ਪਹਿਲੇ ਆਕਸੀਜਨ ਨੇ ਦੂਸਰੇ ਦੇ ਵਿਚਾਲੜੇ 2 ਇਲੈਕਟ੍ਰੋਨਾਂ ਨਾਲ ਸਾਂਝ ਪਾ ਕੇ ਆਪਣੇ ਬਾਹਰ 8 ਇਲੈਕਟ੍ਰੋਨ ਬਣਾ ਲਏ, ਇੱਕ ਆਪਣਾ ਆਕਟੈਟ ਬਣਾ ਲਿਆ ਉਹਨੇ ਪੂਰਾ। ਇਸੇ ਤਰ੍ਹਾਂ ਦੂਸਰੇ ਆਕਸੀਜਨ ਨੇ ਵੀ ਪਹਿਲੇ ਆਕਸੀਜਨ ਦੇ 2 ਇਲੈਕਟ੍ਰੋਨ ਲੈ ਕੇ ਉਹਦੇ ਨਾਲ ਸਾਂਝ ਪਾ ਕੇ ਆਪਣੇ ਬਾਹਰ 8 ਇਲੈਕਟ੍ਰੋਨ ਬਣਾ ਲਏ। ਮਤਲਬ ਇਹ ਜਿਹੜੇ ਵਿਚਲੇ 4 ਇਲੈਕਟ੍ਰੋਨ ਹੈਗੇ ਆ, ਇਹ ਬਿਲਕੁਲ ਇੱਕ ਗਠਬੰਧਨ ਬਣਾ ਲਏ ਉਹਨਾਂ ਦੋਨਾਂ ਦਾ। ਜਿਵੇਂ ਅੱਜ ਇਲੈਕਸ਼ਨ ਦਾ ਸਮਾਂ ਚੱਲ ਰਿਹਾ, ਤੁਸੀਂ ਬਹੁਤ ਸੁਣਿਆ ਹੋਣਾ ਕਿ ਕਈ ਪਾਰਟੀਆਂ ਦਾ ਬਹੁਮਤ ਪੂਰਾ ਨਹੀਂ ਹੋ ਰਿਹਾ, ਤਾਂ ਉਹ ਕੀ ਕਰਦੇ ਆ, ਦੂਸਰੀਆਂ ਪਾਰਟੀਆਂ ਤੋਂ ਜਾਂ ਆਜ਼ਾਦ ਉਮੀਦਵਾਰ ਹੁੰਦੇ ਆ, ਉਹਨਾਂ ਨਾਲ ਸਾਂਝ ਪਾ ਕੇ ਆਪਣੀ ਇੱਕ ਸਥਿਰਤਾ ਹਾਸਲ ਕਰ ਲੈਂਦੇ, ਆਪਣੀ ਇੱਕ ਸਰਕਾਰ ਬਣਾ ਲੈਂਦੇ ਆ। ਤਾਂ ਬਿਲਕੁਲ ਉਸੇ ਤਰ੍ਹਾਂ ਇਹ ਪਰਮਾਣੂ ਜਿਹੜੇ ਹੈਗੇ ਆ, ਇਹ ਉਸੇ ਤਰ੍ਹਾਂ ਉਹਦੇ 2 ਇਲੈਕਟ੍ਰੋਨਾਂ ਨੂੰ ਆਪਣੇ ਵੱਲ ਲੈ ਰਿਹਾ ਹੈਗਾ। ਹਾਲਾਂਕਿ ਉਹਨਾਂ ਨੇ ਪੱਕੀ ਉਹਦੀ ਪਾਰਟੀ ਨਹੀਂ ਤੋੜੀ, ਉਹਦੀ ਪਾਰਟੀ ਦੇ ਸਿੰਬਲ 'ਤੇ ਹੀ ਉਹਦੇ ਨਾਲ ਸਾਂਝ ਪਾਈ ਹੋਈ ਹੈ। ਤਾਂ ਇਹਦੇ ਵਿੱਚ ਵੀ ਬਿਲਕੁਲ ਉਸੇ ਤਰ੍ਹਾਂ ਤਾਂ 4 ਇਲੈਕਟ੍ਰੋਨਾਂ ਦੀ ਜਿਹੜੀ ਭੂਮਿਕਾ ਬਹੁਤ ਇੰਪੋਰਟੈਂਟ ਹੈ ਇਹਦੇ ਵਿੱਚ। ਉਹ ਜਿਹੜੇ ਚਾਰੋਂ ਇਲੈਕਟ੍ਰੋਨ ਹੈ, ਉਹਨਾਂ 4 ਇਲੈਕਟ੍ਰੋਨਾਂ ਨੂੰ ਆਪਾਂ ਐਂ ਵੀ ਕਹਿ ਸਕਦੇ ਹਾਂ ਕਿ 2 ਜੋੜੀ ਇਲੈਕਟ੍ਰੋਨ ਹੈ। ਤਾਂ 2 ਜੋੜੀ ਇਲੈਕਟ੍ਰੋਨ ਜਦੋਂ ਬਣ ਜਾਂਦੇ ਆ, ਅਲਟੀਮੇਟਲੀ ਇੱਕ ਜੋੜੀ ਦਾ ਇੱਕ ਬੰਧਨ ਬਣਦਾ ਹੈ ਤੇ 2 ਜੋੜੀਆਂ ਦੇ 2 ਬੰਧਨ ਬਣਨਗੇ, ਜਿਵੇਂ ਕਿ ਤੁਸੀਂ ਤੀਸਰੀ ਡਾਇਗਰਾਮ ਦੇ ਵਿੱਚ ਦੇਖ ਰਹੇ ਹੋ, ਜਿੱਥੇ ਆਕਸੀਜਨ ਦੇ ਵਿੱਚ ਦੂਹਰਾ ਬੰਧਨ ਬਣਿਆ ਹੋਇਆ। ਤਾਂ ਇਸ ਨੂੰ ਕਿਵੇਂ ਲਿਖਦੇ ਆ, O2 ਦੀ ਫਾਰਮ ਦੇ ਵਿੱਚ ਲਿਖਦੇ ਆ। ਤਾਂ ਇਹ ਜਿਹੜਾ ਸੀਗਾ, ਕਿਉਂਕਿ ਦੂਹਰਾ ਬੰਧਨ ਸੀਗਾ, ਦੂਹਰਾ ਸਹਿ ਸੰਯੋਜੀ ਬੰਧਨ ਸੀਗਾ, ਇਸ ਕਰਕੇ ਇਹ ਜਿਹੜੇ ਆਕਸੀਜਨ ਦੇ ਅਣੂ ਵਿੱਚ ਉਦਾਹਰਨ ਜਿਹੜੀ ਹੈਗੀ ਹੈ ਦੂਹਰੇ ਸਹਿ ਸੰਯੋਜੀ ਬੰਧਨ ਦੀ, ਭਾਵ ਡਬਲ ਕੋਵੈਲੈਂਟ ਬੌਂਡ ਦੀ ਜਿਹੜੀ ਸੰਰਚਨਾ ਹੈਗੀ ਆ ਉਹ ਕਲੀਅਰ ਹੋਈ ਹੈ। ਹੁਣ ਇਸੇ ਤਰ੍ਹਾਂ ਆਪਾਂ ਤੀਹਰੇ ਸਹਿ ਸੰਯੋਜੀ ਬੰਧਨ ਦੀ ਗੱਲ ਕਰਾਂਗੇ, ਜਿਸ ਨੂੰ ਆਪਾਂ ਕਿਹਦੇ ਵਿੱਚ ਦੇਖਦੇ ਹਾਂ, ਨਾਈਟ੍ਰੋਜਨ ਦੇ ਵਿੱਚ। ਹੁਣ ਨਾਈਟ੍ਰੋਜਨ ਦੀ ਉਦਾਹਰਨ ਹੈ, ਬੜੇ ਧਿਆਨ ਨਾਲ ਦੇਖੋ। ਹੁਣ ਨਾਈਟ੍ਰੋਜਨ ਜਿਹੜਾ ਹੈਗਾ ਉਸ ਦਾ ਪਰਮਾਣੂ ਅੰਕ ਹੈਗਾ 7। ਇਸ ਦਾ ਭਾਵ ਹੈ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਭਾਵ ਇਲੈਕਟ੍ਰੋਨਿਕ ਤਰਤੀਬ ਕੀ ਹੋਵੇਗੀ, ਇਸ ਦੇ ਪਹਿਲੇ ਸ਼ੈਲ 'ਚ 2 ਇਲੈਕਟ੍ਰੋਨ ਹੋਣਗੇ, ਦੂਸਰੇ ਸ਼ੈਲ ਦੇ ਵਿੱਚ 5 ਇਲੈਕਟ੍ਰੋਨ ਹੋਣਗੇ। ਹੁਣ ਦੂਸਰੇ ਸ਼ੈਲ ਦੇ ਵਿੱਚ ਮੈਕਸਿਮਮ ਕਿੰਨੇ ਇਲੈਕਟ੍ਰੋਨ ਰਹਿ ਸਕਦੇ ਹਨ? ਬਿਲਕੁਲ ਸਹੀ, ਤੁਸੀਂ ਸਹੀ ਦੱਸ ਰਹੇ ਹੋ। ਦੂਸਰੇ ਸ਼ੈਲ ਦੇ ਵਿੱਚ ਹਮੇਸ਼ਾ 8 ਇਲੈਕਟ੍ਰੋਨ ਹੋਣਗੇ, ਪਰ ਇਹਦੇ ਕੋਲੇ ਕਿੰਨੇ ਮੌਜੂਦ ਹੈ ਦੂਸਰੇ ਸ਼ੈਲ 'ਚ? 5। ਇਹਦਾ ਮਤਲਬ ਇਹਦੇ ਕੋਲੇ 3 ਇਲੈਕਟ੍ਰੋਨਾਂ ਨੂੰ ਗ੍ਰਹਿਣ ਕਰਨ ਦੀ ਜਾਂ ਉਹਨਾਂ ਨਾਲ ਸਾਂਝ ਪਾਉਣ ਦੀ ਸਮਰੱਥਾ ਹੈਗੀ ਹੈ। ਤਾਂ ਇਹ ਕੀ ਕਰੇਗਾ, ਇਹ ਉਹੋ ਜਿਹੇ ਪਰਮਾਣੂ ਨੂੰ ਲੱਭੂਗਾ ਜਿਹੜਾ ਇਹਨੂੰ 3 ਇਲੈਕਟ੍ਰੋਨਾਂ ਨਾਲ ਸਾਂਝ ਪਾਉਣ ਦੇਵੇਗਾ ਤੇ ਇਹਦੇ 3 ਇਲੈਕਟ੍ਰੋਨਾਂ ਨਾਲ ਸਾਂਝ ਪਾ ਸਕੇਗਾ। ਮਤਲਬ ਦੋਨਾਂ ਦੀ ਆਪਸ ਵਿੱਚ ਮਿਊਚੁਅਲ ਅੰਡਰਸਟੈਂਡਿੰਗ ਹੈ, ਤਾਂ ਦੋਨਾਂ ਦੀ ਆਪਸ ਵਿੱਚ ਸਮਝ ਹੈ, ਜਿਸ ਦੇ ਨਤੀਜੇ ਵਜੋਂ ਨਾਈਟ੍ਰੋਜਨ ਨੂੰ ਵੀ ਹੋਰ ਨਹੀਂ ਲੱਭਣਾ, ਨਾਈਟ੍ਰੋਜਨ ਨੂੰ ਵੀ ਆਪਣੇ ਵਰਗਾ ਨਾਈਟ੍ਰੋਜਨ ਹੀ ਲੱਭੂਗਾ। ਤਾਂ ਇੱਥੇ ਨਾਈਟ੍ਰੋਜਨ ਨੇ ਨਾਈਟ੍ਰੋਜਨ ਨੂੰ ਲੱਭ ਕੇ ਉਹਦੇ 3 ਇਲੈਕਟ੍ਰੋਨਾਂ ਨਾਲ ਸਾਂਝ ਪਾਈ, ਜਿਵੇਂ ਵਿਚਾਲੜਾ ਚਿੱਤਰ ਦੇਖ ਰਹੇ ਹੋ ਤੁਸੀਂ, 3 ਇਲੈਕਟ੍ਰੋਨ ਇਹਦੇ ਆਪਣੇ ਤੇ 3 ਉਹਦੇ। ਇੱਥੇ ਹੁਣ 3 ਜੋੜੀ ਇਲੈਕਟ੍ਰੋਨਾਂ ਦੀ ਸਾਂਝ ਪਈ ਹੈ। ਤਾਂ 3 ਜੋੜੀ ਇਲੈਕਟ੍ਰੋਨਾਂ ਦੀ ਸਾਂਝ ਪੈਣ ਦੇ ਨਾਲ ਇਹ ਵਿਚਾਲੇ 6 ਇਲੈਕਟ੍ਰੋਨ ਹੋ ਗਏ ਤੇ ਨਾਈਟ੍ਰੋਜਨ ਕੋਲ ਆਪ ਖੱਬੇ ਪਾਸੇ ਕਿੰਨੇ ਸੀ? 2। 6 ਤੇ 2 8 ਬਣ ਗਏ। ਇਸੇ ਤਰ੍ਹਾਂ ਸੱਜੇ ਪਾਸੇ ਵਾਲੇ ਨਾਈਟ੍ਰੋਜਨ ਕੋਲ ਸੱਜੇ ਪਾਸੇ ਜੇ ਤੁਸੀਂ ਦੇਖੋ 2 ਇਲੈਕਟ੍ਰੋਨ ਆ, ਉੱਪਰ ਤੇ ਥੱਲੇ ਇੱਕ ਕ੍ਰਾਸ ਦਿਖ ਰਿਹਾ,
ਤੇ 6 ਇਲੈਕਟ੍ਰੋਨ ਇਹ ਰਲ ਕੇ 8 ਪੂਰੇ ਹੋ ਗਏ। ਆਪਣਾ ਇਹਨੇ ਆਕਟੈਟ ਪੂਰਾ ਕਰ ਲਿਆ। ਤਾਂ ਮਤਲਬ ਆਪਣਾ ਜਿਹੜਾ ਆਰਬਿਟ ਹੈ ਜਿਸ ਦੇ ਵਿੱਚ 8 ਇਲੈਕਟ੍ਰੋਨ ਹੋਣੇ ਚਾਹੀਦੇ ਸੀ, ਇਹਨੇ ਉਸ ਤਰੀਕੇ ਨਾਲ ਪੂਰੇ ਕਰ ਲਏ। ਤਾਂ ਇਹਦੇ ਨਾਲ ਨਾਈਟ੍ਰੋਜਨ ਦੇ 2 ਪਰਮਾਣੂਆਂ ਦੇ ਵਿਚਕਾਰ ਕਿਹੜਾ ਬੰਧਨ ਬਣ ਗਿਆ? ਤੀਰਾ ਸਹਿ ਸੰਯੋਜੀ ਬੰਧਨ। ਤਾਂ ਤੀਰਾ ਸਹਿ ਸੰਯੋਜੀ ਬੰਧਨ ਦੇ ਨਾਲ ਨਾਈਟ੍ਰੋਜਨ N2 ਦੀ ਫਾਰਮ ਵਿੱਚ ਵੀ ਆਪਾਂ ਉਹਨੂੰ ਲਿਖ ਸਕਦੇ ਹਾਂ। ਤਾਂ ਨਾਈਟ੍ਰੋਜਨ ਵੀ ਬਿਲਕੁਲ ਇਸੇ ਤਰ੍ਹਾਂ ਹੀ ਕੁਦਰਤ ਵਿੱਚ ਐਗਜ਼ਿਸਟ ਕਰਦਾ ਹੈ N2 ਦੀ ਫਾਰਮ 'ਚ। ਜਿਵੇਂ ਆਪਾਂ ਪਹਿਲੇ ਨੰਬਰ 'ਤੇ ਹਾਈਡਰੋਜਨ ਦੇਖਿਆ ਸੀ, H2 ਦੀ ਫਾਰਮ 'ਚ ਐਗਜ਼ਿਸਟ ਕਰਦਾ, ਆਕਸੀਜਨ O2 ਦੀ ਫਾਰਮ 'ਚ ਐਗਜ਼ਿਸਟ ਕਰਦਾ ਤੇ ਨਾਈਟ੍ਰੋਜਨ N2 ਦੀ ਫਾਰਮ 'ਚ ਐਗਜ਼ਿਸਟ ਕਰਦਾ। ਤਾਂ ਇਹ ਬਿਲਕੁਲ ਕੁਦਰਤ ਵਿੱਚ ਇਸੇ ਅਵਸਥਾ ਵਿੱਚ ਪਏ ਹੋਏ, ਮਤਲਬ ਕੁਦਰਤ ਦੇ ਵਿੱਚ ਪਏ ਇਹਨਾਂ ਨੇ ਆਪਸ 'ਚ ਅੰਡਰਸਟੈਂਡਿੰਗ ਕਰ ਲਈ ਵੀ ਆਪਾਂ ਜੇ ਰਲ ਕੇ ਰਵਾਂਗੇ ਤਾਂ ਚੰਗੇ ਰਵਾਂਗੇ, ਜੇ ਆਪਾਂ ਇਕੱਲੇ ਰਹੇ ਤਾਂ ਆਪਾਂ ਭਟਕਦੇ ਰਵਾਂਗੇ। ਤਾਂ ਇਸ ਤਰ੍ਹਾਂ ਕਰਕੇ ਇਹਨਾਂ ਨੇ ਆਪਣੀ ਅੰਡਰਸਟੈਂਡਿੰਗ ਦੇ ਨਾਲ ਜਿਹੜੀ ਆਪਣੀ ਵਾਯੂਮੰਡਲ ਦੇ ਵਿੱਚ ਤਿੰਨੇ ਗੈਸਾਂ ਪਈਆਂ ਹੋਈਆਂ, ਚਾਹੇ ਨਾਈਟ੍ਰੋਜਨ ਹੈ, ਚਾਹੇ ਆਕਸੀਜਨ ਹੈ, ਚਾਹੇ ਹਾਈਡਰੋਜਨ ਹੈ, ਇਹ ਇਸੇ ਤਰੀਕੇ ਨਾਲ ਉੱਥੇ ਸਥਿਰਤਾ ਕਾਇਮ ਹੋਈ ਪਈ ਆ। ਹੁਣ ਆਪਾਂ ਕੁਝ ਹੋਰ ਉਦਾਹਰਨਾਂ ਦੇਖਾਂਗੇ ਇਹਨਾਂ ਦੀਆਂ, ਜਿਵੇਂ ਕਿ ਹਾਈਡਰੋਜਨ ਦੀ ਤੁਸੀਂ ਪਹਿਲੇ ਨੰਬਰ 'ਤੇ ਇਹ ਦੇਖ ਹੀ ਲਈ ਹੈ ਉਦਾਹਰਨ। ਦੂਸਰੇ ਨੰਬਰ 'ਤੇ ਫਲੋਰੀਨ ਮੋਲੀਕਿਊਲ ਦਿਖਾਇਆ ਹੋਇਆ। ਹੁਣ ਆ ਫਲੋਰੀਨ ਜਿਹੜਾ ਹੈਗਾ ਤੁਹਾਨੂੰ ਦਿਖ ਰਿਹਾ ਹੈ ਕਿ ਜਿਹੜਾ ਫਲੋਰੀਨ ਹੈ ਇਹ ਹੈਲੋਜਨ ਗਰੁੱਪ ਦੇ ਵਿੱਚ ਹੈ। ਤਾਂ ਇਹ ਤੁਸੀਂ ਦੇਖ ਸਕਦੇ ਆ ਕਿ ਇਸ ਦੇ ਬਾਹਰਲੇ ਸ਼ੈੱਲ ਦੇ ਵਿੱਚ ਕੁੱਲ 7 ਇਲੈਕਟ੍ਰੋਨ ਹੈ। 7 ਇਲੈਕਟ੍ਰੋਨ ਹੋਣ ਦਾ ਮਤਲਬ ਹੈ ਇਸ ਦੀ ਸੰਯੋਜਕਤਾ ਕਿੰਨੀ ਹੋਵੇਗੀ? 8 ਘਟਾਓ 7 ਬਰਾਬਰ 1। ਤਾਂ ਇਹਨੂੰ 1 ਇਲੈਕਟ੍ਰੋਨ ਦੀ ਹੀ ਲੋੜ ਹੈ ਜਿਸ ਨਾਲ ਇਹ ਸਾਂਝ ਪਾ ਸਕਦਾ। ਤਾਂ ਉਧਰੋਂ ਦੇਖ ਲੈਂਦਾ ਦੂਸਰੇ ਫਲੋਰੀਨ ਨੂੰ ਵੀ 1 ਦੀ ਲੋੜ ਹੈ, ਦੂਸਰੇ ਨੂੰ ਵੀ। ਤਾਂ ਦੋਨੇ ਆਪਣੇ 1-1 ਇਲੈਕਟ੍ਰੋਨ ਦੀ ਸਾਂਝ ਪਾਣਗੇ। ਜਿਵੇਂ ਤੁਸੀਂ ਬਿਲਕੁਲ ਵਿਚਾਲੇ ਦੇਖ ਰਹੇ ਹੋ ਦੂਸਰੇ ਚਿੱਤਰ ਦੇ ਵਿੱਚ ਫਲੋਰੀਨ ਦੇ ਜਿਹੜੇ 2 ਇਲੈਕਟ੍ਰੋਨ ਹੈ ਉਹ ਇੱਥੇ ਇੰਪੋਰਟੈਂਟ ਹੋ ਗਏ। ਉਹ 2 ਇਲੈਕਟ੍ਰੋਨ ਖੱਬੇ ਪਾਸੇ ਵਾਲੇ ਫਲੋਰੀਨ ਲਈ ਵੀ ਅਤੇ ਸੱਜੇ ਪਾਸੇ ਵਾਲੇ ਫਲੋਰੀਨ ਲਈ ਵੀ, ਦੋਨਾਂ ਲਈ ਇਹ ਵਧੀਆ ਕੰਮ ਕਰ ਰਿਹਾ। ਸਾਂਝ ਪਾ ਕੇ ਦੋਨਾਂ ਦੀ ਸਥਿਰਤਾ ਇਹਨੇ ਕਾਇਮ ਕਰਤੀ। ਤਾਂ ਇਸ ਤਰ੍ਹਾਂ ਜਿਹੜਾ ਫਲੋਰੀਨ ਦਾ ਅਣੂ ਹੈਗਾ ਉਹ ਆਪਾਂ ਨੂੰ ਮਿਲੇਗਾ। ਇਸੇ ਤਰ੍ਹਾਂ ਜੇ ਆਪਾਂ ਕਾਰਬਨ ਡਾਈਆਕਸਾਈਡ ਮੋਲੀਕਿਊਲ ਦੀ ਗੱਲ ਕਰੀਏ ਤਾਂ ਉਹ ਕਿਵੇਂ ਨੇਚਰ ਦੇ ਵਿੱਚ ਐਗਜ਼ਿਸਟ ਕਰਦਾ ਹੈ। ਹੁਣ ਕਾਰਬਨ ਡਾਈਆਕਸਾਈਡ ਦੇ ਵਿੱਚ 2 ਆਕਸੀਜਨ ਤੇ 1 ਕਾਰਬਨ ਦਾ ਪਰਮਾਣੂ ਹੁੰਦਾ ਹੈ। ਤਾਂ ਇਹ ਕਿਵੇਂ ਸਾਂਝ ਪਾਉਂਦੇ ਆ? ਹੁਣ ਆਕਸੀਜਨ ਦਾ ਪਰਮਾਣੂ ਅੰਕ ਹੁੰਦਾ ਹੈ 8। ਕਹਿਣ ਤੋਂ ਭਾਵ ਉਹਦੇ ਪਹਿਲੇ ਸ਼ੈੱਲ 'ਚ 2 ਇਲੈਕਟ੍ਰੋਨ ਹੁੰਦੇ ਆ ਤੇ ਦੂਸਰੇ ਸ਼ੈੱਲ 'ਚ 6 ਇਲੈਕਟ੍ਰੋਨ ਹੁੰਦੇ ਆ, ਜਿੱਥੇ ਕਿ ਹਾਲੇ 2 ਇਲੈਕਟ੍ਰੋਨਾਂ ਦੀ ਲੋੜ ਹੈ। ਤੇ ਕਾਰਬਨ ਜਿਹੜਾ ਹੈਗਾ ਉਸ ਦੇ ਬਾਹਰ ਉਸ ਦਾ ਪਰਮਾਣੂ ਅੰਕ ਆਪਾਂ ਜਾਣਦੇ ਹਾਂ। ਕਾਰਬਨ ਦਾ 6 ਪਰਮਾਣੂ ਅੰਕ ਹੈ, ਪਹਿਲੇ ਸ਼ੈੱਲ 'ਚ 2 ਹੈ ਤੇ ਦੂਸਰੇ 'ਚ 4 ਇਲੈਕਟ੍ਰੋਨ, ਉਹਦੇ 'ਚ 4 ਦੀ ਸਾਂਝ ਪੈਣ ਦੀ ਸਮਰੱਥਾ ਹੈਗੀ ਆ। ਪਰ ਆਕਸੀਜਨ ਕੋਲੇ ਸਿਰਫ 2 ਦੀ ਸਾਂਝ ਪੈਣ ਦੀ ਸਮਰੱਥਾ ਹੈ। ਤਾਂ ਆਕਸੀਜਨ ਕੀ ਕਰਦਾ ਹੈ? ਆਕਸੀਜਨ 2 ਪਾਸਿਆਂ ਤੋਂ ਕਾਰਬਨ ਨਾਲ ਸਾਂਝ ਪਾ ਲੈਂਦਾ ਹੈ। ਤਾਂ ਜਦੋਂ ਕਾਰਬਨ ਨਾਲ 2 ਪਾਸਿਆਂ ਤੋਂ ਇਹਨੇ ਸਾਂਝ ਪਾਈ ਤਾਂ ਕਾਰਬਨ ਦੇ ਜਿਸ ਦੇ ਬਾਹਰਲੇ ਸ਼ੈੱਲ 'ਚ 4 ਇਲੈਕਟ੍ਰੋਨ ਸੀ, 4 ਦੇ 2 ਨੇ 1 ਆਕਸੀਜਨ ਨਾਲ ਸਾਂਝ ਪਾ ਲਈ, 2 ਨੇ ਦੂਜੀ ਆਕਸੀਜਨ ਨਾਲ ਸਾਂਝ ਪਾ ਲਈ ਤੇ ਉਧਰੋਂ ਆਕਸੀਜਨ ਨੇ ਆਪਣੇ 2 ਜਿਹੜੇ ਸੀਗੇ ਉਹਦੇ ਨਾਲ ਸਾਂਝ ਪਾਤੀ, ਜਿਸ ਨਾਲ ਇਹਦੇ ਵਿੱਚ 2 ਦੂਰੇ ਬੰਧਨ ਬਣੇ ਆ। ਜੇ ਤੁਸੀਂ ਦੇਖ ਸਕਦੇ ਆ ਇੱਥੇ ਚਿੱਤਰ ਦੇ ਵਿੱਚ ਕਾਰਬਨ ਤੇ ਆਕਸੀਜਨ ਦੇ, ਕਿਉਂਕਿ 2 ਜੋੜੀ ਇਲੈਕਟ੍ਰੋਨਾਂ ਨੇ ਸਾਂਝ ਪਾਈ ਆ। ਤਾਂ ਇਸ ਤਰੀਕੇ ਨਾਲ ਕਾਰਬਨ ਡਾਈਆਕਸਾਈਡ ਦਾ ਜਿਹੜਾ ਅਣੂ ਹੈ ਉਹ ਆਪਣਾ ਬਣਦਾ ਹੈ। ਤਾਂ ਇਸੇ ਤਰ੍ਹਾਂ ਕਾਰਬਨ ਟੈਟਰਾਫਲੋਰਾਈਡ, ਜੇ ਤੁਸੀਂ ਦੇਖੋ ਫਲੋਰੀਨ ਐਟਮ ਆਪਾਂ ਦੇਖਦੇ ਹਾਂ ਕਿ ਉਸ ਦੇ ਬਾਹਰਲੇ ਸ਼ੈੱਲ 'ਚ 7 ਇਲੈਕਟ੍ਰੋਨ ਹੁੰਦੇ ਆ ਤੇ 1 ਇਲੈਕਟ੍ਰੋਨ ਲੈਣ ਦੀ ਸਾਂਝ ਦੀ ਸਮਰੱਥਾ ਹੈਗੀ ਆ ਉਹਦੀ। ਕਾਰਬਨ ਦੇ ਬਾਹਰਲੇ ਸ਼ੈੱਲ 'ਚ 4 ਇਲੈਕਟ੍ਰੋਨ ਹੈ, ਉਹਨੂੰ 4 ਇਲੈਕਟ੍ਰੋਨਾਂ ਦੀ ਲੋੜ ਹੈਗੀ ਆ, ਜਿਸ ਨਾਲ ਉਹ ਸਥਿਰਤਾ ਕਾਇਮ ਕਰੇਗਾ। ਤਾਂ ਕਾਰਬਨ ਕੀ ਕਰੇਗਾ? 4 ਫਲੋਰੀਨ ਐਟਮ ਦੇ ਇੱਕ ਇੱਕ ਇਲੈਕਟ੍ਰੋਨ ਦੇ ਨਾਲ ਸਾਂਝ ਪਾਵੇਗਾ। ਜਿਵੇਂ ਕਿ ਤੁਸੀਂ ਇੱਥੇ ਸੱਜੇ ਪਾਸੇ ਵਾਲੇ ਚਿੱਤਰ 'ਚ ਦੇਖ ਰਹੇ ਹੋ ਕਿ ਕਾਰਬਨ ਦੇ ਚਾਰੇ ਪਾਸੇ ਫਲੋਰੀਨ ਹੈ। ਤਾਂ ਉਹ ਫਲੋਰੀਨ ਕਾਰਬਨ ਦੇ ਇੱਕ ਪਰਮਾਣੂ ਇੱਕ ਇਲੈਕਟ੍ਰੋਨ ਦੇ ਨਾਲ ਉਹਨੇ ਸਾਂਝ ਪਾਈ ਹੋਈ ਹੈ, ਫਲੋਰੀਨ ਦੇ ਇੱਕ ਇਲੈਕਟ੍ਰੋਨ ਨੇ, ਜਿਸ ਨਾਲ ਕਾਰਬਨ ਦੇ ਚਾਰੋਂ ਪਾਸੇ 4 ਇਕਹਿਰੇ ਬੰਧਨ ਬਣ ਰਹੇ ਹੈ ਫਲੋਰੀਨ ਦੇ ਨਾਲ। ਤਾਂ ਇਹ ਬਣਿਆ ਆਪਣੇ ਕੋਲੇ CF4 ਭਾਵ ਕਾਰਬਨ ਟੈਟਰਾਫਲੋਰਾਈਡ। ਤਾਂ ਇਸ ਤਰ੍ਹਾਂ ਕਰਕੇ ਇਹ ਸਹਿ ਸੰਯੋਜੀ ਬੰਧਨ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਸੀ ਜਿਹੜੀਆਂ ਤੁਸੀਂ ਦੇਖੀਆਂ। ਤਾਂ ਇਹਦੇ ਵਿੱਚ ਇਕੱਲੇ ਆਪਾਂ ਕਾਰਬਨ ਦੀ ਹੀ ਗੱਲ ਨਹੀਂ ਕੀਤੀ, ਕਾਰਬਨ ਤੇ ਹਾਈਡਰੋਜਨ ਦੇ, ਕਾਰਬਨ ਆਕਸੀਜਨ ਦੇ, ਇਸੇ ਤਰ੍ਹਾਂ ਆਪਾਂ ਕਾਰਬਨ ਤੇ ਫਲੋਰੀਨ ਦੇ
ਕਈ ਤਰ੍ਹਾਂ ਦੇ ਆਪਾਂ ਬੰਧਨ ਦੇਖੇ ਆ। ਤੋ ਇਸ ਤੋਂ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ ਕਿ ਆਪਣੇ ਕੋਲੇ ਇਕਹਿਰਾ, ਦੂਹਰਾ ਤੇ ਤੀਹਰਾ ਸਹਿ ਸੰਯੋਜੀ ਬੰਧਨ ਜਿਹੜਾ ਹੈਗਾ ਉਹ ਕਿਵੇਂ ਬਣਦਾ। ਤੋ ਇਸ ਤੋਂ ਨੈਕਸਟ ਜਿਹੜਾ ਟੌਪਿਕ ਆਪਣੇ ਕੋਲੇ ਆਵੇਗਾ ਇਲੈਕਟ੍ਰੋਨ ਡਾਟ ਬਣਤਰ। ਤੋ ਇਸ ਬਾਰੇ ਆਪਾਂ ਅਗਲੇ ਲੈਕਚਰ 'ਚ ਪੜ੍ਹਾਂਗੇ। ਧੰਨਵਾਦ।